जय जवान जय किसान जय जवान जय किसान जय जवान जय किसान जय जवान जय किसान जय जवान जय जवान जय किसान जय जवान जय किसान जय जवान जय किसान जय जवान जय जवान जय किसान जय किसान जय किसान जय जवान जय किसान। जवान वास्ते ते किसान वास्ते सी। ਜਿਹੜਾ जवान है वो देश ਦੀਆਂ ਹੱਦਾਂ ਦੀ ਰਾਖੀ ਕਰਦਾ ਹੈ ਤੇ ਜਿਹੜਾ ਕਿਸਾਨ ਆ ਉਹ ਦੇਸ਼ ਦੀ ਰੀੜ੍ਹ ਦੀ ਹੱਡੀ ਮੰਨਿਆ ਜਾਂਦਾ। ਪਰ ਅੱਜ ਜਿਹੜਾ ਭਾਰਤ ਦੇਸ਼ ਆ ਇਹਦੇ 'ਚ ਨਾ ਤਾਂ ਜਵਾਨ ਨੂੰ ਇਨਸਾਫ ਮਿਲਿਆ ਤੇ ਨਾ ਕਿਸਾਨ ਨੂੰ। ਪਿਛਲੇ 2 ਸਾਲ ਹੋ ਗਏ ਜਿਹੜੇ ਪੁਲਵਾਮਾ ਹਮਲੇ 'ਚ ਜਵਾਨ ਸ਼ਹੀਦ ਹੋਏ ਸੀ ਉਹਨਾਂ ਦੇ ਪਰਿਵਾਰਾਂ ਨੂੰ ਇਨਸਾਫ ਨਹੀਂ ਮਿਲਿਆ। ਉਹਨਾਂ ਦੇ ਪਰਿਵਾਰਾਂ ਨੂੰ ਨਾ ਨੌਕਰੀ ਨਾ ਕੋਈ ਹੋਰ ਭੱਤਾ ਨਾ ਕੋਈ ਪੈਨਸ਼ਨ ਵਗੈਰਾ ਸਰਕਾਰ ਨੇ ਅੱਖੋਂ ਪਰੋਖੇ ਕਰ ਦਿੱਤੇ ਤੇ ਨਾਲ ਇਹ ਵੀ ਜ਼ਾਹਰ ਹੋ ਗਿਆ सारा कुछ क्लीयर हो गया भी ये सरकार दी आप कीती चाल सी ते जे सरकार ने ही कीता है सरकार दे बंदियां ने कीता ते उन्हां नूं भी तां सज़ा मिलनी चाहिदी सी। असीं कैंडल मार्च करके यही कहा भी जिहड़े पुलवामा च जवान शहीद होए आ उन्हां दी जिम्मेवार शहादी जिम्मेवार सरकार है। सरकार नूं भी सज़ा मिलनी चाहिदी आ। और जिहड़े किसान आ पिछले लंबे समय तो लगभग 80 दिन हो गए उन्हां नूं अंदोलन लड़ रहिआं नूं सानूं तां उहदे विच हर रोज़ असीं तकरीबन 2 किसान शहादत दिंदे जां 3 ਤਾਂ ਅੱਜ ਤੱਕ ਦੀ ਗਿਣਤੀ ਆ ਜਿਹੜੀ 240 ਤੱਕ ਹੋ ਗਈ ਆ। ਤਾਂ ਵੱਖ-ਵੱਖ ਸਮੇਂ ਤੇ ਮੀਟਿੰਗਾਂ ਹੋਈਆਂ ਤਾਂ ਹੁਣ ਜਿਹੜਾ ਆਪਣੇ ਖੇਤੀਬਾੜੀ ਮੰਤਰੀ ਆ ਉਹਦਾ ਬਿਆਨ ਇਹ ਆ ਰਿਹਾ ਵੀ ਸਾਨੂੰ ਤਾਂ ਹਜੇ ਤੱਕ ਇਨਫੋਰਮੇਸ਼ਨ ਹੀ ਮਿਲੀ, ਸਾਨੂੰ ਇਸ ਪਤਾ ਹੀ ਨਹੀਂ ਵੀ ਜਿਹੜਾ ਕਿਸਾਨ ਆ ਕਿੰਨੇ ਸ਼ਹੀਦ ਹੋਏ ਆ। ਤਾਂ ਵੇਖੋ ਕਿੱਡੀ ਮਾੜੀ ਗੱਲ ਹੈ ਵੀ ਸਾਡੇ ਖੇਤੀਬਾੜੀ ਮੰਤਰੀ ਨੂੰ ਨਹੀਂ ਪਤਾ ਵੀ ਕਿਸਾਨ ਆ ਜਿਹੜੇ ਕਿੰਨੇ ਸ਼ਹੀਦ ਹੋ ਗਏ, ਕਿੱਡਾ ਵੱਡਾ ਅੰਦੋਲਨ ਲੜ ਰਹੇ ਆ। ਤਾਂ ਕਿੱਥੋਂ ਅਸੀਂ ਆਸ ਕਰ ਸਕਦੇ ਹਾਂ, ਕਿਹੜੀ ਸਰਕਾਰ ਤੋਂ ਕਰ ਸਕਦੇ ਹਾਂ ਵੀ ਸਾਨੂੰ ਇਨਸਾਫ ਮਿਲੂਗਾ। ਇਸ ਕਰਕੇ ਅਸੀਂ ਕੈਂਡਲ ਮਾਰਚ ਕੀਤਾ ਹੈ ਵੀ ਦੇਸ਼ ਦੇ ਜਵਾਨਾਂ ਨੂੰ ਤੇ ਦੇਸ਼ ਦੇ ਕਿਸਾਨਾਂ ਨੂੰ ਇਨਸਾਫ ਦਿੱਤਾ ਜਾਵੇ ਤੇ ਸਰਕਾਰਾਂ ਜਿਹੜੀਆਂ ਇਹਨਾਂ ਕਰਤੂਤਾਂ ਤੋਂ ਬਾਜ਼ ਆਉਣ। ਔਰ ਦੇਸ਼ ਵਾਸੀਆਂ ਨੂੰ ਸਮੁੱਚੇ ਦੇਸ਼ ਦੇ ਲੋਕਾਂ ਨੂੰ ਅਸੀਂ ਇਹ ਅਪੀਲ ਕਰਦੇ ਹਾਂ ਵੀ ਜਿਹੜਾ ਇੱਕ ਅੰਦੋਲਨ ਹੈ ਕਿਸਾਨਾਂ ਦਾ ਨਹੀਂ, ਇਹ ਜਿਹੜੀ ਮੁਸੀਬਤ ਹੈ ਕਿਸਾਨਾਂ 'ਤੇ ਆਈ ਨਹੀਂ, ਸਮੁੱਚੀ ਜਿਹੜੀ ਦੇਸ਼ ਦੀ ਅਰਥ ਵਿਵਸਥਾ ਉਹਦੇ 'ਤੇ ਆਇਆ ਇਹ ਹਮਲਾ ਹੋਇਆ। ਉਹਨੂੰ ਆਪਾਂ ਕਲੀਅਰ ਕਰਨ ਵਾਸਤੇ ਸਰਕਾਰ ਨੂੰ ਇਹ 3 ਆਰਡੀਨੈਂਸ ਵਾਪਸ ਕਰਾਉਣ ਵਾਸਤੇ ਪੂਰੇ ਦੇਸ਼ ਦਾ ਸਾਨੂੰ ਸਹਿਯੋਗ ਚਾਹੀਦਾ, ਚਾਹੇ ਉਹ ਵਪਾਰੀ ਵਰਗ ਆ ਕੁਛ ਵੀ ਹੈ, ਸਾਰਿਆਂ ਦਾ ਅਸੀਂ ਸਹਿਯੋਗ ਮੰਗਦੇ ਹਾਂ। ਤੇ ਜਿਹੜੇ ਸਾਡੇ ਕਿਸਾਨ ਸ਼ਹੀਦ ਹੋਏ ਆ ਉਹਨਾਂ ਦੇ ਇਨਸਾਫ ਵਾਸਤੇ ਤੇ ਜਵਾਨ ਸ਼ਹੀਦ ਹੋਏ ਆ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ। ਹਾਂਜੀ ਅੱਜ ਅਸੀਂ ਪੁਲਵਾਮਾ ਦੇ ਸ਼ਹੀਦਾਂ ਲਈ ਸ਼ਰਧਾਂਜਲੀ ਭੇਟ ਕਰਨ ਲਈ ਅੱਜ ਅਸੀਂ ਇਹ ਕੈਂਡਲ ਮਾਰਚ ਕੀਤਾ। ਸਰਕਾਰ ਨੂੰ ਜਗਾਉਣ ਲਈ ਇਹਦੀ ਜ਼ਰੂਰਤ ਪਈ ਸਾਨੂੰ। ਅਸੀਂ ਜੋ ਵੀ ਯਾਨੀ ਕਿ ਆਪਦੇ ਲੰਮੇ ਸੰਘਰਸ਼ ਆ ਇਸੇ ਤਰ੍ਹਾਂ ਅਸੀਂ ਅਗਲਾ ਸੰਘਰਸ਼ ਆ ਜਿਹੜਾ ਉਹ ਵੀ ਵਿੱਢਿਆ ਹੋਇਆ। ਅਸੀਂ 16 ਤਰੀਕ ਨੂੰ 2 ਘੰਟਿਆਂ ਦੇ ਲਈ 12 ਤੋਂ 2 ਵਜੇ ਤੱਕ DC ਦਫ਼ਤਰ ਦੇ ਅੱਗੇ ਇਸੇ ਤਰ੍ਹਾਂ ਧਰਨਾ ਦੇਵਾਂਗੇ, ਮਾਰਚ ਕਰਾਂਗੇ ਆਪਣਾ। ਅਤੇ 18 ਤਰੀਕ ਨੂੰ ਸਾਡਾ ਜਿਹੜਾ ਹੈਗਾ ਅਗਲਾ ਪ੍ਰੋਗਰਾਮ ਆ 18 ਤਰੀਕ ਦਾ ਜਿਹੜਾ ਰੇਲ ਰੋਕੂ ਆ 12 ਵਜੇ ਤੋਂ ਲੈ ਕੇ 4 ਵਜੇ ਤੱਕ 4 ਘੰਟਿਆਂ ਦਾ। ਅਸੀਂ ਅਪੀਲ ਕਰਦੇ ਹਾਂ ਸਾਰੀਆਂ ਸੰਗਤਾਂ ਨੂੰ, ਸਾਰੇ ਕਿਸਾਨ ਵੀਰਾਂ ਨੂੰ, ਸਾਰੇ ਦੁਕਾਨਦਾਰ ਵੀਰਾਂ ਨੂੰ, ਸਾਰੇ ਛੋਟੇ ਵਪਾਰੀਆਂ ਨੂੰ ਕਿ ਵੱਧ ਤੋਂ ਵੱਧ ਇਹਨਾਂ ਜਿਹੜੇ ਵੀ ਪ੍ਰੋਗਰਾਮ ਆ ਸਾਰਿਆਂ 'ਚ ਹਿੱਸਾ ਲੈਣ। ਤੇ ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਤੁਸੀਂ ਕਿਸੇ ਫਰੰਟ ਤੇ ਤਾਂ ਪਾਸ ਹੋਵੋ, ਜਵਾਨ ਦੇ ਫਰੰਟ ਤੇ ਵੀ ਕਿਸਾਨ ਦੇ ਫਰੰਟ ਤੇ ਵੀ, ਦੋਨਾਂ ਫਰੰਟਾਂ ਤੇ ਜਿਹੜੀ ਸਰਕਾਰ ਆ ਇਹ ਫੇਲ ਆ। ਕਿਉਂਕਿ ਇਹਨਾਂ ਨੇ ਇੱਕ ਖੇਡ ਖੇਡੀ ਸੀ ਆਪਦੀ ਸਰਕਾਰ ਲਿਆਉਣ ਲਈ ਪੁਲਵਾਮਾ ਦੇ ਵਿੱਚ। ਉਹ ਖੇਡ ਕੇ ਇਹਨਾਂ ਨੇ ਆਪਦੀ ਸਰਕਾਰ ਲੈ ਆਂਦੀ, ਪਰ ਉਹ ਪੁਲਵਾਮਾ ਦੇ ਜਿਹੜੇ ਸ਼ਹੀਦ ਹੋਏ ਆ ਉਹਨਾਂ ਦੀ ਅੱਜ ਤੱਕ ਕੋਈ ਬਾਤ ਨਹੀਂ ਪੁੱਛੀ ਗਈ, ਉਹਨਾਂ ਨੂੰ ਕੋਈ ਭੱਤੇ ਨਹੀਂ ਮਿਲੇ, ਕੋਈ ਉਹਨਾਂ ਦੇ ਪਰਿਵਾਰਾਂ ਨੂੰ ਸਹਾਇਤਾ ਨਹੀਂ ਮਿਲੀ, ਕੋਈ ਨੌਕਰੀਆਂ ਨਹੀਂ ਮਿਲੀਆਂ। ਸੋ ਉਸੇ ਕਾਰਨ ਉਸ ਦੇ ਹਾਂ ਦੇ ਵਿੱਚ ਅਸੀਂ ਅੱਜ ਆ ਜਿਹੜਾ ਇਹ ਮਾਰਚ ਕਰ ਰਹੇ ਹਾਂ। ਮਾਰਚ ਆ ਜਿਹੜਾ ਸਾਡਾ ਸਫਲਤਾਪੂਰਵਕ ਹੋਇਆ। ਸਾਡਾ ਇਹ ਮਾਰਚ ਆ ਜਿਹੜਾ ਇਹ ਕਿਸੇ ਵੀ ਯਾਨੀ ਕਿ ਵਿਰੋਧ 'ਚ ਨਹੀਂ ਗਿਣੀਏ, ਇਹ ਇਕੱਲਾ ਇਸ ਚੀਜ਼ 'ਚ ਆ ਕਿ ਸ਼ਹੀਦ ਨੂੰ, ਜਵਾਨ ਨੂੰ ਤੇ ਕਿਸਾਨ ਨੂੰ ਦੋਨਾਂ ਨੂੰ ਇਨਸਾਫ ਦਿਵਾਉਣ ਦੇ ਲਈ ਆ। ਸਾਡੇ ਜਿਹੜੇ ਕਿਸਾਨ ਸ਼ਹੀਦ ਹੋਏ ਆ ਉਹਨਾਂ ਲਈ ਵੀ ਅਸੀਂ ਇਹ ਕੈਂਡਲ ਮਾਰਚ ਕੀਤਾ ਤੇ ਪੁਲਵਾਮਾ ਲਈ ਵੀ, ਦੋਨਾਂ ਲਈ ਕੈਂਡਲ ਮਾਰਚ ਕੀਤਾ। ਸੋ ਸਰਕਾਰ ਨੂੰ ਬੇਨਤੀ ਆ ਤੇ ਕਿਸਾਨਾਂ ਤੇ ਜਵਾਨਾਂ ਨਹੀਂ ਵੇਖੇ, ਕਿਉਂਕਿ ਜਿਹੜੀਆਂ ਸਰਕਾਰਾਂ ਕਿਸਾਨ ਤੇ ਜਵਾਨਾਂ ਦੇ ਸਿਰ ਤੇ ਹੀ ਹੁੰਦੀਆਂ। ਜੇ ਜਵਾਨ ਤੇ ਕਿਸਾਨ ਵਿਰੋਧ 'ਚ ਹੋ ਗਿਆ ਉਦੋਂ ਬਾਅਦ ਸਰਕਾਰਾਂ ਜ਼ਿਆਦਾ ਚਿਰ ਟਿਕਦੀਆਂ ਨਹੀਂ। ਇਹ ਜਿਹੜੀ ਸਾਡੀ ਕੇਂਦਰ ਦੀ ਸਰਕਾਰ ਹੈ ਇਹ ਤੋਂ 2 ਸਾਲ ਪਹਿਲਾਂ ਉਹਨਾਂ ਨੇ 44 ਕਿਸਾਨ ਜਵਾਨ ਜਿਹੜੇ ਸੀ ਉਹਨਾਂ ਨੂੰ ਬਲੀ ਦਾ ਬੱਕਰਾ ਬਣਾ ਕੇ ਆਪਦੀ ਸੱਤਾ ਹਾਸਲ ਕੀਤੀ। ਔਰ ਉਹ ਜਿਹੜੇ ਉਹਨਾਂ ਦੇ ਪਰਿਵਾਰ ਨੇ, ਉਹਨਾਂ ਦੇ ਬੱਚੇ ਨੇ, ਉਹ ਜਿਹੜੇ ਉਹਨਾਂ ਦਾ ਨੈਤਿਕ ਹੱਕ ਬਣਦਾ ਹੈ
ਕੋਈ ਗ੍ਰਾਂਟ ਦੇਣ ਦਾ ਜਾਂ ਕੋਈ ਨੌਕਰੀ ਦੇਣ ਦਾ ਅਜੇ ਤੱਕ ਉਹਨਾਂ ਨੂੰ ਕਿਸੇ ਵੀ ਪਰਿਵਾਰ ਨੂੰ ਮਿਲੀ ਨਹੀਂ। ਸਰਕਾਰ ਕੱਲੀ ਡਰਾਮੇਬਾਜ਼ੀਆਂ ਕਰ ਰਹੀ ਏ। ਅਸੀਂ ਅੱਜ ਪ੍ਰੋਟੈਸਟ ਇਸ ਵਾਸਤੇ ਕੀਤਾ ਹੈ, ਇੱਕ ਪਾਸੇ ਜਿਹੜਾ ਜਵਾਨ ਹੈ ਸਾਡਾ ਉਹ 2 ਸਾਲ ਤੋਂ ਪਹਿਲਾਂ ਸਰਕਾਰ ਨੇ ਉਹਨੂੰ ਬਲੀ ਦਾ ਬੱਕਰਾ ਬਣਾ ਕੇ ਤੇ ਸਰਕਾਰ ਬਣਾ ਲਈ ਔਰ ਕਿਸੇ ਨੂੰ ਇਨਸਾਫ ਨਹੀਂ ਮਿਲਿਆ। ਦੂਜੇ ਪਾਸੇ 6 ਮਹੀਨੇ ਲਗਾਤਾਰ ਜਿਹੜਾ ਪ੍ਰੋਟੈਸਟ ਚੁੱਲ੍ਹੇ ਤੋਂ ਲੈ ਕੇ ਸ਼ਹਿਰਾਂ ਤੋਂ ਲੈ ਕੇ ਦਿੱਲੀ ਤੱਕ ਕੇਂਦਰ ਦੀ ਸਰਕਾਰ ਤੱਕ ਗਏ, ਪਰ ਕੇਂਦਰ ਦੀ ਸਰਕਾਰ ਨੇ ਜ਼ੀਰੋ ਤਾਪਮਾਨ ਦੇ ਵਿੱਚ ਵੀ ਅਜੇ ਤੱਕ ਕਿਸੇ ਕਿਸਾਨ ਦੀ ਕੋਈ ਗੱਲਬਾਤ ਨਹੀਂ ਸੁਣੀ। ਉੱਥੇ ਲਗਭਗ 240 ਦੇ ਕਿਸਾਨ ਸ਼ਹੀਦ ਹੋ ਚੁੱਕੇ ਨੇ। ਅਜੇ ਤੱਕ ਕੇਂਦਰ ਦੀ ਸਰਕਾਰ ਖੇਤੀਬਾੜੀ ਮੰਤਰੀ ਇਹ ਗੱਲ ਦਾ ਬਕਵਾਸ ਕਰ ਰਿਹਾ ਹੈ ਕਿ ਅਸੀਂ ਮੇਰੇ ਕੋਲੇ ਕੋਈ ਜਾਣਕਾਰੀ ਨਹੀਂ। ਜਿਸ ਦੇ ਖੇਤ ਨੂੰ ਅੱਗ ਲੱਗੀ ਹੁੰਦੀ ਉਹਨੂੰ ਜਾਣਕਾਰੀ ਹੈ, ਜੇਕਰ ਕੋਈ MP ਮਰ ਜਾਂਦਾ ਹੈ, MLA ਮਰ ਜਾਂਦਾ ਹੈ, ਉਦੋਂ ਇਹਨਾਂ ਨੂੰ ਜਾਣਕਾਰੀ ਹੁੰਦੀ ਹੈ। ਅੱਜ ਕਿਸਾਨ ਮਰ ਰਿਹਾ ਹੈ ਤੇ ਖੇਤੀਬਾੜੀ ਮੰਤਰੀ ਕੇਂਦਰ ਦਾ ਮਿਨਿਸਟਰ ਹੋਣ ਦੇ ਨਾਂ ਤੇ ਇਹ ਗੱਲ ਕਹੇ ਕਿ ਮੇਰੇ ਕੋਲ ਤਾਂ ਜਿਹੜੇ ਸ਼ਹੀਦ ਹੋਏ ਕਿਸਾਨ ਉਹਨਾਂ ਦੀ ਜਾਣਕਾਰੀ ਨਹੀਂ। ਨੂੰ ਵੀ ਬਲੀ ਦੇ ਬੱਕਰੇ ਬਣਾਉਣ ਲੱਗ ਗਏ। ਜੇ ਤੁਸੀਂ ਕਿਸਾਨਾਂ ਨੂੰ ਵੀ ਕੋਆਪਰੇਟ ਘਰਾਣਿਆਂ ਵਾਸਤੇ ਬਲੀ ਦੇ ਬੱਕਰੇ ਬਣਾਉਣ ਲੱਗ ਗਏ ਤਾਂ ਦੇਸ਼ ਤਬਾਹ ਹੋ ਜਾਊਗਾ। ਜਦੋਂ ਤੱਕ ਜਿਸ ਦੇਸ਼ ਵਿੱਚ ਜਵਾਨ ਨੂੰ ਇਨਸਾਫ ਨਹੀਂ ਮਿਲਦਾ ਔਰ ਕਿਸਾਨ ਨੂੰ ਇਨਸਾਫ ਨਹੀਂ ਮਿਲਦਾ, ਹੋਰ ਕਿਸੇ ਨੂੰ ਆਸ ਨਾ ਰੱਖੇ ਕੋਈ ਇਨਸਾਫ ਮਿਲੂਗਾ। ਉੱਥੇ ਡੈਮੋਕ੍ਰੇਸੀ ਨਾਂ ਦੀ ਕੋਈ ਚੀਜ਼ ਹੀ ਨਹੀਂ ਰਹਿੰਦੀ। ਢਿੱਡ ਭਰਦੇ ਆ। ਸੰਸਾਰ ਦਾ ਅੰਨਦਾਤਾ ਜਿਹਨੂੰ ਜਾਣਿਆ ਜਾਂਦਾ ਹੈ, ਉਹ ਪੋਹ ਮਾਘ ਦੀਆਂ ਰਾਤਾਂ 'ਚ ਭੁੰਜੇ ਪੈ ਕੇ ਪ੍ਰੋਟੈਸਟ ਸ਼ਾਂਤਮਈ ਕਰ ਰਿਹਾ ਹੈ ਤੇ 240 ਤੋਂ ਉੱਪਰ ਜਿਹੜੇ ਕਿਸਾਨਾਂ ਸ਼ਹਾਦਤ ਦੇ ਚੁੱਕੇ ਹੈ। ਪਰ ਅੱਜ ਦੀ ਅੜੀਅਲ ਸਰਕਾਰ ਮੰਨ ਨਹੀਂ ਰਹੀ, ਮਨੂਵਾਦੀ ਲੋਕ ਮੰਨ ਨਹੀਂ ਰਹੇ ਤੇ ਪੂਰੇ ਨਾਦਰਸ਼ਾਹੀ ਦੇ ਅਸੀਂ ਚੀਜ਼ ਤੱਕ ਨਹੀਂ ਕੀਤੀ, ਅਸੀਂ ਕਿਤੇ ਵੈਲੈਂਸ ਨਹੀਂ ਆਏ ਤਾਂ ਅੰਨੀ ਬੋਲੀ ਹੋ ਚੁੱਕੀ ਹੈ। ਸਾਡਾ ਜਿਹੜਾ ਦੇਸ਼ ਹੈ ਉਹਦੇ ਵਿੱਚ ਜਿਹੜਾ ਕਲਯੁਗ ਦਾ ਘੋਰ ਅੰਧਾਰ ਹੋ ਚੁੱਕਿਆ ਹੈ। ਜਿਹੜੀ ਇੱਥੇ ਡੈਮੋਕ੍ਰੇਸੀ ਹੈ ਉਹ ਖਤਮ ਹੋ ਚੁੱਕੀ ਹੈ। ਜੈ ਕਿਸਾਨ, ਜੈ ਜਵਾਨ, ਜੈ ਕਿਸਾਨ, ਜੈ ਕਿਸਾਨ, ਜੈ ਜਵਾਨ, ਜੈ ਜਵਾਨ, ਜੈ ਜਵਾਨ, ਜੈ ਜਵਾਨ।